ਅੱਖ ਬੱਤੀ ਬੋਰ ਤੇਰੀ ਤੋਰ ਵੇਂਦੇ ਮੋਰ ਤੇਰੀ ਕੜੀ ਵੀ ਆ ਲੋਰ ਤੇਰੀ ਜਿਵੇਂ ਰੂੜੀ ਮਾਰਕਾ ਡੱਬੀ ਵਿੱਚ ਫੀਮ ਨਾਲ ਵੈਲੀਆਂ ਦੀ ਟੀਮ ਜਿਹੜਾ ਝਾਕੇ ਨਮਕੀਨ 5 ਮਿੰਟਾਂ ਵਿੱਚ ਪਾੜਦਾ ਹੋ ਬਾਹਲਾ ਵੈਲੀਆਂ ਤੂੰ ਫੱਬੇ ਕੁੜੀ ਨੂੰ ਤੂੰ ਅੱਗੇ ਅੱਗੇ ਆਤੇ ਆਵੇ ਚੱਲ ਵਗ ਜਾਂਦੇ ਆਵੇ ਸਮਝ ਨਾ ਲੱਗੇ ਕੁੜੀ ਨੂੰ ਤੂੰ ਅੱਗੇ ਅੱਗੇ ਆਤੇ ਆਵੇ ਚੱਲ ਵਗ ਜਾਂਦੇ ਆਵੇ ਸਮਝ ਨਾ ਲੱਗੇ ਕੁੜੀ ਨੂੰ ਸਮਝ ਨਾ ਲੱਗੇ ਹੋਰੇ ਜੀਵੀ ਉੱਤੇ ਮਾਲ ਤੇਰੇ 35 40 ਨਾਲ ਤੇਰੇ ਬੁੱਲਾਂ ਉੱਤੇ ਗਾਲ ਤੇਰੇ ਗਲੇ ਜਮਾ ਸ਼ੇਰ ਵੇ ਜਿਹੜੇ ਤੇਰੀ ਐਂਟੀ ਬੋਨੇ ਉਹਨਾਂ ਦੇ ਪਲੰਟੀ ਜੱਟਾ ਤੇਰੇ ਉੱਤੇ ਸੱਟੀ ਜਮਾ ਟੀਸੀ ਵਾਲਾ ਬੇਰ ਵੇ ਤੂੰ ਜਾਣ ਜਾਣ ਕੇ ਸਤਾਉਂਦੀ ਜੱਟ ਨੂੰ ਤੂੰ ਕੋਕਾ ਕੇ ਕਹਿ ਨੀ ਜੱਟੀਆਂ ਕੇ ਜ਼ਾਰੇ ਨੀ ਸਮਝ ਨਹੀਂ ਆਉਂਦੀ ਜੱਟ ਨੂੰ ਤੂੰ ਕੋਕਾ ਕੇ ਕਹਿ ਨੀ ਜੱਟੀਆਂ ਕੇ ਜ਼ਾਰੇ ਨੀ ਸਮਝ ਨਹੀਂ ਆਉਂਦੀ ਜੱਟ ਨੂੰ 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 11 ਤੇਰੇ ਲੱਕ ਤੇ ਨੀ 12 ਤੇਰੀ ਅੱਖ ਤੇ ਨੀ 13 ਤੇਰੇ ਜੱਟ ਤੇ ਨੀ ਚੱਲਦੇ ਆ ਕੇਸ ਨੀ ਅਰੇ ਜੱਟ ਸਾਣ ਨਾਲ ਹਾਰ ਕੇ ਜਾਣ ਕਪਤਾਨ ਨਾਲ ਲਾਉਂਦੇ ਜਿਹੜੇ ਰੇਸ ਨੀ 11 ਤੇਰੇ ਲੱਕ ਤੇ ਨੀ 12 ਤੇਰੀ ਅੱਖ ਤੇ ਨੀ 13 ਤੇਰੇ ਜੱਟ ਤੇ ਨੀ ਚੱਲਦੇ ਆ ਕੇਸ ਨੀ ਅਰੇ ਜੱਟ ਸਾਣ ਨਾਲ ਹਾਰ ਕੇ ਜਾਣ ਕਪਤਾਨ ਨਾਲ ਲਾਉਂਦੇ ਜਿਹੜੇ ਰੇਸ ਨੀ ਵੇ ਤੂੰ ਦਿਸੇ ਸੱਜੇ ਖੱਬੇ ਕੁੜੀ ਨੂੰ ਸਮਝ ਨਾ ਲੱਗੇ ਕੁੜੀ ਨੂੰ ਤੂੰ ਅੱਗੇ ਅੱਗੇ ਆਤੇ ਆਵੇ ਚੱਲ ਵਗ ਜਾਂਦੇ ਆਵੇ ਸਮਝ ਨਾ ਲੱਗੇ ਕੁੜੀ ਨੂੰ ਸਮਝ ਨਾ ਲੱਗੇ ਉਹ ਆਕੜਾਂ ਤੇ ਅੜੀਆਂ ਵੇ ਘੋੜੀਆਂ ਤੇ ਘੜੀਆਂ ਵੇ ਤੇਰੇ ਲਈ ਹੀ ਬਣੀਆਂ ਨੇ ਵੱਡੇ ਦਿਲ ਵਾਲਿਆਂ ਨਾ ਬਖਸ਼ੇ ਨਾ ਛੱਡੇ ਵੇ ਤੂੰ ਵੱਡੇ ਤੋਂ ਵੀ ਵੱਡੇ ਵੇ ਤੂੰ ਦੱਸ ਕੱਢੇ ਹਾਏ ਵੇ ਜੀਨੇ ਵਹਿਮ ਪਾਲਿਆ ਆਕੜਾਂ ਤੇ ਅੜੀਆਂ ਵੇ ਘੋੜੀਆਂ ਤੇ ਘੜੀਆਂ ਵੇ ਤੇਰੇ ਲਈ ਹੀ ਬਣੀਆਂ ਨੇ ਵੱਡੇ ਦਿਲ ਵਾਲਿਆਂ ਨਾ ਬਖਸ਼ੇ ਨਾ ਛੱਡੇ ਵੇ ਤੂੰ ਵੱਡੇ ਤੋਂ ਵੀ ਵੱਡੇ ਵੇ ਤੂੰ ਦੱਸ ਕੱਢੇ ਆਏ ਵੇ ਜੀਨੇ ਵਹਿਮ ਪਾਲਿਆ ਉਹ ਤੂੰ ਤਾਂ ਨਖਰੇ ਨਾ ਤਾਉਂਦੀ ਜੱਟ ਨੂੰ ਤੂੰ ਕੋਕਾ ਕੇ ਕਹਿ ਨੀ ਜੱਟੀਆਂ ਕੇ ਜ਼ਾਰੇ ਨੀ ਸਮਝ ਨਹੀਂ ਆਉਂਦੀ ਜੱਟ ਨੂੰ ਤੂੰ ਕੋਕਾ ਕੇ ਕਹਿ ਨੀ ਜੱਟੀਆਂ ਕੇ ਜ਼ਾਰੇ ਨੀ ਸਮਝ ਨਹੀਂ ਆਉਂਦੀ ਜੱਟ ਨੂੰ ਸਮਝ ਨਹੀਂ ਆਉਂਦੀ ਇੱਕ ਤੂੰ ਪਿਆਰੀ ਦੂਜੀ ਯਾਰੀ ਦੀ ਬਿਮਾਰੀ ਤੀਜੀ ਵੱਜਦੀ ਆ ਤਾੜੀ ਨੀ ਬਠਿੰਡੇ ਵਾਲੇ ਵਾਸਤੇ ਸੂਟਾਂ ਚ ਰਬੜ ਲੱਗਾ ਉਦੋਂ ਵੀ ਡਬਲ ਲੱਗਾ ਜਿੰਨੀ ਸੋਹਣੀ ਲੱਗਦੀ ਹੁੰਦੀ ਆ ਬੇਗੀ ਤਾਸ਼ ਤੇ ਇੱਕ ਤੂੰ ਪਿਆਰੀ ਦੂਜੀ ਯਾਰੀ ਦੀ ਬਿਮਾਰੀ ਤੀਜੀ ਵੱਜਦੀ ਆ ਤਾੜੀ ਨੀ ਬਠਿੰਡੇ ਵਾਲੇ ਵਾਸਤੇ ਤੂੰ ਪਤਾ ਕਿਹੜਿਆਂ ਕੰਮਾਂ ਚ ਕੁੜੀ ਨੂੰ ਤੂੰ ਅੱਗੇ ਅੱਗੇ ਆਤੇ ਆਵੇ ਚੱਲ ਵਗ ਜਾਂਦੇ ਆਵੇ ਸਮਝ ਨਾ ਲੱਗੇ ਕੁੜੀ ਨੂੰ ਤੂੰ ਕੋਕਾ ਇੱਕ ਕਹਿ ਨੀ ਜੱਟੀਆਂ ਇੱਕ ਜ਼ਹਿਰ ਨੀ ਸਮਝ ਨਹੀਂ ਆਉਂਦੀ ਜੱਟ ਨੂੰ ਸੱਜੇ ਖੱਬੇ ਯਾਰ ਰੱਖਦਾ ਸ਼ਹਿਰ ਵਿੱਚ ਪੂਰੀ ਮਾਰੋ ਮਾਰ ਰੱਖਦਾ ਫੀਵੇਂ ਅਫਗਾਨ ਜਹੀ ਜੱਟੀ ਪੱਟੀ ਵੇ ਫਾਇਦਾ ਕੀ ਆ ਜੱਟਾ ਫੀਲਿੰਗ ਨਾ ਰੱਖੀ ਜੇ ਫਾਇਦਾ ਕੀ ਆ ਜੱਟਾ ਫੀਲਿੰਗ ਨਾ ਰੱਖੀ ਜੇ ਛੱਡ ਕੁੜਤੇ ਪਜਾਮਿਆਂ ਦਾ ਸ਼ੌਕ ਵੇ ਜੱਟਾ ਆਪਾ ਕੇ ਬੈਲ ਬੋਟਮ ਤੂੰ ਆਇਆ ਕਰ ਵੇ ਲਾ ਕੇ ਡੱਬ ਨਾਲ ਤੂੰ ਗਲੋਕ ਵੇ ਜੱਟਾ ਜੱਟੀ ਤੇਰੀ ਐਂਡੇ ਰਹਿਣੇ ਰੋਲੇ ਛੱਡਦੇ ਇੱਕੇ ਅੱਧਾ ਮੇਰੇ ਪਿੱਛੇ ਠੋਕ ਵੇ ਜੱਟਾ ਫਾਇਦਾ ਕੀ ਆ ਦੱਸ ਤੇਰੇ ਵੈਲ ਪੁਣੇ ਦਾ ਰਾਜੇ ਕੋਈ ਗਿਆ ਮੇਰਾ ਰੋਕ ਵੇ ਜੱਟਾ ਜਿਹਦੇ ਉੱਤੇ ਆਖੇ ਖੜੀ ਐ
ਤੇਰੇ ਮੋਢੇ ਨਾਲ ਮੋਢਾ ਜੋੜ ਖੜੀ ਐ ਛੱਡ ਕੇ ਨਹੀਂ ਜਾਂਦੀ ਦਿਲੋਂ ਵਹਿਮ ਕੱਢ ਦੇ ਰਿਹਾ ਕਰ ਡਾਂਟ ਵਰੀ ਐ ਓ ਦੁਨੀਆ ਦੀ ਜਿਹਦੇ ਉੱਤੇ ਅੱਖ ਖੜੀ ਐ ਤੇਰੇ ਮੋਢੇ ਨਾਲ ਮੋਢਾ ਜੋੜ ਖੜੀ ਐ ਛੱਡ ਕੇ ਨਹੀਂ ਜਾਂਦੀ ਦਿਲੋਂ ਵਹਿਮ ਕੱਢ ਦੇ ਰਿਹਾ ਕਰ ਡਾਂਟ ਵਰੀ ਐ ਕਹਿੰਦੀਆਂ ਜੋ ਰੰਗ ਤੇਰਾ ਕੋਕਾ ਕੋਲਾ ਵੇ ਉਹਨਾਂ ਨਾਲ ਮੈਂ ਨਾ ਬੋਲਾਂ ਵੇ ਬੂਹਾ ਦਿਲ ਵਾਲਾ ਕੀਤਾ ਤੂੰ ਹੀ ਨੌਕ ਵੇ ਜੱਟਾ ਆਪਾ ਕੇ ਬੈਲ ਬੋਟ ਮੁੱਤੂ ਆਇਆ ਕਰ ਵੇ ਲਾ ਕੇ ਡੱਬ ਨਾਲ ਤੂੰ ਗਲੋਕ ਵੇ ਜੱਟਾ ਜੱਟੀ ਤੇਰੀ ਐਂਡੇ ਰਹਿਣੇ ਰੋਲੇ ਛੱਡਦੇ ਇੱਕ ਅੱਧਾ ਮੇਰੇ ਪਿੱਛੇ ਠੋਕ ਵੇ ਜੱਟਾ ਉਹ ਸਾਲੇ ਆਉਣ ਦੀ ਸਪੋਰਟ ਪੁੱਛਾ ਚੱਕ ਜਾਂਦੇ ਆ ਹੁੰਦੀ ਆਦਤ ਜਨਾ ਦੀ ਖਿੱਚਣੀਆਂ ਲੱਤਾਂ ਨਹੀਂ ਚਿੱਟਾ ਕੁੜਤਾ ਪਜਾਮਾ ਡਰੈਸ ਜੱਟ ਦੀ ਕੁੱਤੇ ਚੱਲਦੇ ਨਾ ਘੂਰ ਸ਼ੇਰ ਦੀਆਂ ਅੱਖਾਂ ਦੀ ਕਾਲਾ ਪਿੱਕਾ ਜੱਟੀ ਨਾਲ ਬੈਠੀ ਜੱਟ ਨਾ ਮੈਚ ਕਰ ਪਾਇਆ ਸੂਟ ਲਾਲ ਤੇਰੀ ਅੱਖ ਨਾ ਫਿੱਟ ਜੱਟੀਏ ਤੂੰ ਛੱਡਦੇ ਨਹੀਂ ਫੱਬਣਾ ਕਰਦੇ ਇਸ਼ਾਰਾ ਕਿੰਦਾ ਕੀਦਾ ਕੱਢਣਾ ਹੋ ਮੁੱਲ ਮੋੜਿਆ ਨਹੀਂ ਹਲੇ ਕਿਸੇ ਮੇਰੀ ਤੋਰ ਦਾ ਝਾੜ ਦੇ ਲਸਾਂਸ ਜੱਟਾ ਠੱਤੇ ਬੋਰਦਾ ਵਾਲ ਪੁਣੇ ਵਾਲੇ ਰੱਟੇ ਪਿਆ ਕੋੜਨੀ ਡੋਲਿਆਂ 'ਚ ਜਾਣ ਗੰਨ ਦੀ ਕੀ ਲੋੜ ਨਹੀਂ ਆਖਦੇ ਨੇ ਜਿਹੜੇ ਤੈਨੂੰ ਖੰਡ ਮਿਸ਼ਰੀ ਆਖਦੇ ਨੇ ਜਿਹੜੇ ਤੈਨੂੰ ਖੰਡ ਮਿਸ਼ਰੀ ਮੂੰਹ ਕਰਦੇ ਤੂੰ ਸਾਰਿਆਂ ਦਾ ਲੋਕ ਵੇ ਜੱਟਾ ਆਪਾ ਕੇ ਬੈਲ ਬੋਟ ਮੁੱਤੂ ਆਇਆ ਕਰ ਵੇ ਲਾ ਕੇ ਡੱਬ ਨਾਲ ਤੂੰ ਗਲੋਕ ਵੇ ਜੱਟਾ ਜੱਟੀ ਤੇਰੀ ਐਂਡੇ ਰਹਿਣੇ ਰੋਲੇ ਛੱਡਦੇ ਇੱਕ ਅੱਧਾ ਮੇਰੇ ਪਿੱਛੇ ਠੋਕ ਵੇ ਜੱਟਾ ਹੋ ਪਾਬਲੋ ਦੇ ਵਾਂਗੂ ਅੱਗ ਲਾਵਾਂ ਨੋਟਾਂ ਨੂੰ ਟਾਰ ਜੱਟੀ ਦੀ ਟਰੈਂਡ ਜਿਆ ਚਲਾਈ ਫਿਰਦੀ ਵੈਲੀ ਆਵੇ ਪੱਟੀ ਤੇਰੇ ਵੈਲ ਪੁਣੇ ਦੀ ਨਵੇਂ ਸੂਟਾਂ ਉੱਤੇ ਗੰਨ ਬਣੀ ਵਾਈ ਫਿਰਦੀ ਹੋ ਪਾਬਲੋ ਦੇ ਵਾਂਗੂ ਅੱਗ ਲਾਵਾਂ ਨੋਟਾਂ ਨੂੰ ਟਾਰ ਜੱਟੀ ਦੀ ਟਰੈਂਡ ਜਿਆ ਚਲਾਈ ਫਿਰਦੀ ਵੈਲੀ ਆਵੇ ਪੱਟੀ ਤੇਰੇ ਵੈਲ ਪੁਣੇ ਦੀ ਨਵੇਂ ਸੂਟਾਂ ਉੱਤੇ ਗੰਨ ਬਣੀ ਵਾਈ ਫਿਰਦੀ ਉਹ ਸੜਦੇ ਆ ਜਿਹੜੇ ਆਪਾਂ ਰੱਖੇ ਸਾੜ ਕੇ ਵਾਲ ਪੇਪਰ ਤੇ ਰੱਖੀ ਤੇਰੀ ਫੋਟੋ ਝਾੜ ਕੇ ਜੱਸੀ ਲੋਕੇ ਆ ਜੱਟੀ ਨੇ ਚੰਨ ਦੀ ਨੇ ਝਾੜ ਤੇ ਸਟਾਰਾਂ ਵੱਡਿਆਂ ਨੂੰ ਲੱਗ ਗਿਆ ਸ਼ੌਕ ਵੇ ਜੱਟਾ ਆਪਾ ਕੇ ਬੈਲ ਬੋਟ ਮੁੱਤੂ ਆਇਆ ਕਰ ਵੇ ਲਾ ਕੇ ਡੱਬ ਨਾਲ ਤੂੰ ਗਲੋਕ ਵੇ ਜੱਟਾ ਜੱਟੀ ਤੇਰੀ ਐਂਡੇ ਰਹਿਣੇ ਰੋਲੇ ਛੱਡਦੇ ਇੱਕ ਅੱਧਾ ਮੇਰੇ ਪਿੱਛੇ ਠੋਕ ਵੇ ਜੱਟਾ ਆਪਾ ਕੇ ਬੈਲ ਬੋਟ ਮੁੱਤੂ ਆਇਆ ਕਰ ਵੇ ਲਾ ਕੇ ਡੱਬ ਨਾਲ ਤੂੰ ਗਲੋਕ ਵੇ ਜੱਟਾ ਜੱਟੀ ਤੇਰੀ ਐਂਡੇ ਰਹਿਣੇ ਰੋਲੇ ਛੱਡਦੇ ਇੱਕ ਅੱਧਾ ਮੇਰੇ ਪਿੱਛੇ ਠੋਕ ਵੇ ਜੱਟਾ ਉਹ ਚੱਕੀ ਕਾਤੋਂ ਫਿਰਦਾ ਤੂੰ ਰਫਲਾਂ ਵੇ ਬੋਡੀ ਗਾਰਡ ਬਣਾ ਕੇ ਮੈਨੂੰ ਰੱਖ ਲਵੇ ਉਹ ਚੱਕੀ ਕਾਤੋਂ ਫਿਰਦਾ ਤੂੰ ਰਫਲਾਂ ਵੇ ਬੋਡੀ ਗਾਰਡ ਬਣਾ ਕੇ ਮੈਨੂੰ ਰੱਖ ਲਵੇ ਜੱਟੀ ਸਿਰੋਂ ਲੈ ਕੇ ਪੈਰਾਂ ਤੱਕ ਲਵੇ ਤੇਰੇ ਟੌਨ ਚਲਾਉਂਦੀ ਗੇੜੇ ਵੇ ਉਹ ਅਸੀਂ ਮਾਝੇ ਵਾਲੇ ਭੈਣੇ ਵੇ ਕਿਹੜੀ ਲੱਗ ਜੂ ਨੇੜੇ ਤੇਰੇ ਵੇ ਕਿਹੜੀ ਸੁਪਨੇ ਦੇਖ ਜੂ ਤੇਰੇ ਵੇ ਅਸੀਂ ਮਾਝੇ ਵਾਲੇ ਭੈਣੇ ਵੇ ਅਸੀਂ ਮਾਝੇ ਵਾਲੇ ਹੋ ਅਸੀਂ ਕੱਲੇ ਰਾਜ਼ੀਆਂ ਅਸੀਂ ਲਾਉਂਦੇ ਨਹੀਂ ਉਹ ਦਿਲ ਦੀਆਂ ਬਾਜ਼ੀਆਂ ਕੱਲੇ ਰਾਜ਼ੀਆਂ ਅਸੀਂ ਲਾਉਂਦੇ ਨਹੀਂ ਉਹ ਦਿਲ ਦੀਆਂ ਬਾਜ਼ੀਆਂ ਤੇਰੇ ਨਾਲ ਲੱਗ ਗਿਆ ਦਿਲ ਜੱਟਾ ਵੇ ਪੈਰ ਸਕਦੇ ਨਾ ਸਾਡੇ ਹੁਣ ਹਿੱਲ ਜੱਟਾ ਵੇ ਅਸੀਂ ਪੱਕੇ ਹੀ ਪੈਂਦੇ ਖੈੜੇ ਵੇ ਅਸੀਂ ਮਾਝੇ ਵਾਲੇ ਭੈਣੇ ਵੇ ਕਿਹੜੀ ਲੱਗ ਜੂ ਨੇੜੇ ਤੇਰੇ ਵੇ ਕਿਹੜੀ ਸੁਪਨੇ ਦੇਖ ਜੂ ਤੇਰੇ ਵੇ ਅਸੀਂ ਮਾਝੇ ਵਾਲੇ ਭੈਣੇ ਵੇ ਅਸੀਂ ਮਾਝੇ ਵਾਲੇ ਜੇ ਤੂੰ ਜੱਟ ਮਲਵਈ ਘੁੰਮੇ ਵਾਂਗ ਸ਼ੇਰਾਂ ਦੇ ਨਾਮ ਜਪਦੇ ਡੁਬਈ ਵਾਲੇ ਸ਼ੇਖ ਮੇਰਾ ਵੇ ਜੇ ਤੂੰ ਬੋਰ 45 ਵਾਂਗੂ ਘੱਟ ਮਿਲਦਾ ਮਿਲੇ ਨਾਲ ਲਾਇਸੈਂਸ ਨਖਰੋ ਦੇ ਦਿਲ ਦਾ ਉਹ ਹਿੱਲਦਾ ਜ਼ਮਾਨਾ ਚੱਲੇ ਦੌਰ ਜੱਟੀਆਂ ਸੂਟ ਪਾਉਣ ਲਾਦੀਆਂ ਮੈਂ ਸ਼ਹਿਰੀ ਯੱਕੀਆਂ ਗੁੱਤ ਸੱਪਣੀ ਪਰਾਂ ਦੇ ਨਾਲ ਬੰਨੀ ਹੋਈ ਆ ਬਹੁਤੇ ਬਣਦੇ ਜੋ ਆਖੜ ਮੈਂ ਪੰਨੀ
मैं तपी पई आ ओ कोका नक वाला कतल कराऊं वैली आवे जट्टी तेरे उत्ते मारदी टराइयां डेली आवे रेड कलर दा लेगा दिल पाउण नू करे वे जिंद तेरे नाम तेरे नाल लवाउण नू फिरे वे तेरी बेबे ना कराउणे पेड़े वे असी माझे वाले हो असी माझे वाले भैड़े वे केड़ी लग जू नेड़े तेरे वे केड़ी सुपने देख जू तेरे वे असी माझे वाले भैड़े वे असी माझे वाले जस्सी लोकिया तू दिल दे नेड़े वे जस्सी लोकिया हाँ ਜੀ ਜਿਹੜੇ ਤੁਸੀਂ ਅਸਾਈਨਮੈਂਟਾਂ ਕੀਆਂ ਸੀ ਬਣਾਉਣ ਨੂੰ ਮੈਂ ਬਣਾ ਦਿੰਨਾ। ਉਹ ਸਾਡੇ ਵਾਲੀ ਏ। ਵੱਡੇ ਵੱਡੇ ਵੈਲੀ ਪਾ ਕੇ ਘੁੰਮੇ ਜੇ ਬਾਂਝ ਜਾਂਦਾ ਨਾ ਧਿਆਨ ਮੇਰੀ ਹਾਂ ਪੰਜੇ ਬਾਂਝ ਵੱਡੇ ਵੱਡੇ ਵੈਲੀ ਪਾ ਕੇ ਘੁੰਮੇ ਜੇ ਬਾਂਚ ਜਾਂਦਾ ਨਾ ਧਿਆਨ ਮੇਰੀ ਹਾਂ ਪੰਜੇ ਬਾਂਚ ਕਿਦਾ ਇੱਥੇ ਦੱਸ ਮੂੰਹ ਫੜ ਲਾਂ ਹੋ ਗਏ ਸ਼ਰਿਆਮ ਤੇਰੇ ਸ਼ਹਿਰ ਚਰਚ ਬੇਬੇ ਬਾਪੂ ਪੁੱਛਦੇ ਮੁੰਡੇ ਦੀ ਡਿਗਰੀ ਕੀ ਦੱਸਾਂ ਅੱਖ ਚੱਲਦੇ ਤੇਰੇ ਤੇ ਪਰਚ ਤੂੰ ਯਾਰਾਂ ਪਿੱਛੇ ਫਿਰਦਾ ਪਵਾਉਣਾ 26 ਸਾਲ ਦੀ ਕੁਆਰੀ ਬੈਠੀ ਤੇਰੇ ਕਰਕੇ ਸਮਝੀ ਨਾ ਭੋਲੀ ਮੈਨੂੰ ਸਭ ਪਤਾ ਏ ਕਿੱਥੇ ਕਿੱਥੇ ਹੋ ਜਾਂਦੇ ਹੋ ਗੈਪ ਵੇ ਆਏ ਮੇਰੇ ਪਿੱਛੇ ਜਿੰਨੇ ਬਣ ਰੋਮੀਓ ਮੁੜ ਕੇ ਨਾ ਮਿਲੇ ਚੰਡੀਗੜ੍ਹ ਮੈਪ ਤੇ ਸਮਝੀ ਨਾ ਭੋਲੀ ਮੈਨੂੰ ਸਭ ਪਤਾ ਏ ਕਿੱਥੇ ਕਿੱਥੇ ਹੋ ਜਾਂਦੇ ਹੋ ਗੈਪ ਵੇ ਉਹ ਆਏ ਮੇਰੇ ਪਿੱਛੇ ਜਿੰਨੇ ਬਣ ਰੋਮੀਓ ਮੁੜ ਕੇ ਨਾ ਮਿਲੇ ਚੰਡੀਗੜ੍ਹ ਮੈਪ ਤੇ ਘੁੰਮਦੀ ਮੋਹਾਲੀ ਤੇਰੀ ਥਾਰ ਵੈਰੀਆ ਕੰਬੇ ਦਿਲ ਆ ਜੀ ਨਾ ਕਿਸੇ ਨਾਲ ਲੜ ਕੇ ਦਿਲ ਆ ਜੀ ਨਾ ਕਿਸੇ ਨਾਲ ਲੜ ਮੋਮ ਡੈਡ ਪੁੱਛਦੇ ਮੁੰਡੇ ਦੀ ਡਿਗਰੀ ਕੀ ਦੱਸਾਂ ਅੱਖ ਚੱਲਦੇ ਤੇਰੇ ਤੇ ਪਰਚ ਤੂੰ ਯਾਰਾਂ ਪਿੱਛੇ ਫਿਰਦਾ ਪਵਾਉਣਾ 26 ਸਾਲ ਦੀ ਕੁਆਰੀ ਬੈਠੀ ਤੇਰੇ ਕਰਕੇ ਗੁਰਸਿੱਧ ਮਿਊਜ਼ਿਕ A to Z ਤੇਰੇ ਸਾਰੇ ਯਾਰ ਜੱਟਿਆ ਓ ਜੱਟਾਂ ਵਾਲੇ ਦਿਲ ਜੱਟਾਂ ਵਾਲੀ ਮੱਤਿਆ ਹੋ ਵੈਲੀ ਹੋਇਆ ਮੁੰਡਾ ਜਿੰਨਾਂ ਦਾ ਸ਼ਿੰਗਾਰਿਆ ਹਾਂ ਉੱਤੋਂ ਲੱਗੀ ਪਹਿਲੀ ਤੇਰੇ ਨਾਲ ਅੱਖ ਨੀ ਹੋ ਏਦਾਂ ਕਿੱਦਾਂ ਮੇਰਾ ਕੋਈ ਟਾਈਮ ਚੱਕ ਜੂ ਹੋਣ ਰੋੜ ਲਵਾਂ ਉਹਦੀ ਗੱਡੀ ਡੱਕਨੀ ਹੋ ਏਦਾਂ ਕਿੱਦਾਂ ਮੇਰਾ ਕੋਈ ਟਾਈਮ ਚੱਕ ਜੂ ਹੋਣ ਰੋੜ ਲਵਾਂ ਉਹਦੀ ਗੱਡੀ ਡੱਕਨੀ ਪੈਂਦਾ ਪੂਰਾ ਰੋਬ ਪੌਣੇ 6 ਫੁੱਟ ਦੀ ਉਹ ਤੁਰੇ ਜਦੋਂ ਜੱਟ ਤੇਰੇ ਨਾਲ ਨੀ ਭਾਬੀ ਭਾਬੀ ਕਹਿੰਦੇ ਨੀ ਓ ਯਾਰ ਥੱਕਦੇ ਹੋਰ ਤੂਰ ਕਾਨੇ ਦੱਸ ਕੀ ਭਾਲਦੀ ਹੋ ਮੁੰਡੇ ਉੱਤੇ ਚੱਲਦੀਆਂ ਕਈ ਛੱਬੀਆਂ ਜੱਟ ਨਾਮ ਲਵਾਲੂ ਤੈਨੂੰ 26 ਸਾਲ ਦੀ ਮੁੰਡੇ ਉੱਤੇ ਚੱਲਦੀਆਂ ਕਈ ਛੱਬੀਆਂ ਜੱਟ ਨਾਮ ਲਵਾਲੂ ਤੈਨੂੰ 26 ਸਾਲ ਦੀ ਜੱਟਾ ਜੱਟੀ ਫੈਨ ਤੇਰੀ ਇਸੇ ਗੱਲ ਤੋਂ ਤੂੰ ਯਾਰਾਂ ਪਿੱਛੇ ਲੈਣੇ ਨਹੀਂ ਸਟੈਂਡ ਛੱਡਦਾ ਹੁੰਦੀ ਜਿਵੇਂ ਪੁਲਿਸ ਪੰਜਾਬ ਭਰਤੀ ਤੂੰ ਲੋੜ ਪਈ ਤੇ ਯਾਰਾਂ ਪਿੱਛੇ ਭੱਜਦਾ ਬੇਸ਼ੱਕ ਲੜਨੇ ਤੋਂ ਨਾ ਰੋਕਦੀ ਪਰ ਜੇ ਕੋਈ ਕਰੂ ਤੇਰੇ ਉੱਤੇ ਵਾਰ ਵੇ ਰੱਖ ਦੂੰ ਵਿਚਾਰੋ ਉਹਦੀ ਹਿੱਕ ਪਾੜ ਕੇ ਇੰਨੀ ਗੋਦਾ ਸੀਨੇ ਵਿੱਚ ਰੱਖਾਂ ਖਾਰ ਵੇ ਜੱਸੀ ਲੋਕਾ ਰਾਹ ਜਪਦੀ ਤੇਰੀ ਦੀਦ ਨੂੰ ਹੈ ਦਿਲ 24/7 ਤਰਸੇ ਬੇਬੇ ਬਾਪੂ ਪੁੱਛਦੇ ਮੁੰਡੇ ਦੀ ਡਿਗਰੀ ਕੀ ਦੱਸਾਂ ਅੱਖ ਚੱਲਦੇ ਤੇਰੇ ਤੇ ਪਰਚ ਤੂੰ ਯਾਰਾਂ ਪਿੱਛੇ ਫਿਰਦਾ ਪਵਾਉਣਾ 26 ਸਾਲ ਦੀ ਕੁਆਰੀ ਬੈਠੀ ਤੇਰੇ ਕਰਕੇ ਟੈਰ 6 ਇੰਚੀ ਬਾਹਰ ਥੱਲੇ ਥਾਰ ਕੁੜੀਓ ਹਾਏ ਵੈਲੀਆਂ ਦਾ ਰਾਜਾ ਮੇਰਾ ਯਾਰ ਕੁੜੀਓ ਟੈਰ 6 ਇੰਚੀ ਬਾਹਰ ਥੱਲੇ ਥਾਰ ਕੁੜੀਓ ਵੈਲੀਆਂ ਦਾ ਰਾਜਾ ਮੇਰਾ ਯਾਰ ਕੁੜੀਓ ਇੱਕ ਝੋਟੇ ਜਿੰਨੀ ਜਾਨ ਮਾਣ ਕਰਦੀ ਰਕਾਨ ਕੰਮ ਗਿੱਦੜਾਂ ਦਾ ਕੀ ਆ ਜਿੱਥੇ ਸ਼ੇਰ ਚੱਲਦੇ ਜੱਟੀਆਂ ਦੇ ਜੱਟਾਂ ਨਾਲ ਫੇਰ ਚੱਲਦੇ ਕਰ ਲੈਣਗੇ ਜਵਾਕ ਕਿੱਥੋਂ ਕੇ
ਪਾਉਂਦੀ ਆ ਗਰੇਸ 3.5 ਫੁੱਟ ਦੀ ਆ ਪਾਇਆ ਸੂਟ ਪਟਿਆਲਾ ਪੋਚ ਪੱਬ ਪੁੱਟ ਦੀ ਗੁੱਤ ਪਾਉਂਦੀ ਆ ਗਰੇਸ 3.5 ਫੁੱਟ ਦੀ ਸੂਟ ਪਟਿਆਲਾ ਪੋਚ ਪੱਬ ਪੁੱਟ ਦੀ ਉਹ ਜੱਟ ਕੋਲ ਕਿਲੇ 40 ਟੱਪ ਬੋਰ 45 ਟੀਡਾ ਤੱਕ ਜੂਗਾ ਕਿਹੜਾ ਸਿੱਧੇ ਫੈਰ ਚੱਲਦੇ ਜੱਟੀਆਂ ਦੇ ਜੱਟਾਂ ਨਾ ਫੇਰ ਚੱਲਦੇ ਕਰ ਲੈਣਗੇ ਜਵਾਕ ਕਿੱਥੋਂ ਘੇਰ ਕੱਲਦੇ ਹੱਥ ਵਿੱਚ ਖੜੀ ਗਰਨੇੜ ਵਰਗੀ ਐਵੇਂ ਤਾਂ ਨੀ ਗੱਭਰੂ ਦੇ ਵੈਰ ਚੱਲਦੇ ਜੱਟੀਆਂ ਦੇ ਜੱਟਾਂ ਨਾ ਫੇਰ ਚੱਲਦੇ ਜੱਟੀਆਂ ਦੇ ਜੱਟਾਂ ਨਾ ਫੇਰ ਚੱਲਦੇ ਟਾਰ ਦੇਖ ਜੱਟੀ ਦੀ ਟਰੰਡ ਹਿੱਲਦੇ ਹਾਏ ਦਿਲ ਫੜ ਬੈਂਦੇ ਜਿਹੜੇ ਮਾੜੇ ਦਿਲ ਦੇ ਟੌਰ ਦੇਖ ਜੱਟੀ ਦੀ ਟਰੰਡ ਹਿੱਲਦੇ ਦਿਲ ਫੜ ਬੈਂਦੇ ਜਿਹੜੇ ਮਾੜੇ ਦਿਲ ਦੇ ਉਹ ਮੋਢੇ ਨਾਲ ਮੋਢਾ ਜੋੜ ਖੜੇ ਜੱਟ ਲੈਂਡ ਲੋੜ ਮੁੰਡਿਆਂ ਦੇ ਸਾਹ ਠਹਿਰ ਠਹਿਰ ਚੱਲਦੇ ਜੱਟੀਆਂ ਦੇ ਜੱਟਾਂ ਨਾ ਫੇਰ ਚੱਲਦੇ ਕਰ ਲੈਣਗੇ ਜਵਾਕ ਕਿੱਥੋਂ ਘੇਰ ਕੱਲਦੇ ਹੱਥ ਵਿੱਚ ਖੜੀ ਗਰਨੇੜ ਵਰਗੀ ਐਵੇਂ ਤਾਂ ਨੀ ਗੱਭਰੂ ਦੇ ਵੈਰ ਚੱਲਦੇ ਜੱਟੀਆਂ ਦੇ ਜੱਟਾਂ ਨਾ ਫੇਰ ਚੱਲਦੇ ਜੱਟੀਆਂ ਦੇ ਜੱਟਾਂ ਨਾ ਫੇਰ ਚੱਲਦੇ ਜੱਸੀ ਲੋਕਿਆ ਜੱਸੀ ਲੋਕਿਆ ਜੱਸੀ ਲੋਕਿਆ ਜੱਸੀ ਲੋਕਿਆ ਜੱਟੀਆਂ ਦੇ ਜੱਟਾਂ ਨਾ ਫੇਰ ਚੱਲਦੇ ਜੱਟੀਆਂ ਦੇ ਜੱਟਾਂ ਨਾ ਫੇਰ ਚੱਲਦੇ ਵੈਸਟਰਨ ਪੇਂਡੂ ਨੀ ਆਈ ਵਾਲੇ ਖੇਤ ਪਾਤੇ 3 ਢੋਲ ਲਾਉਣ ਦੇ ਚੰਡੀਗੜ੍ਹ ਤੱਕ ਉਹਦੇ ਦਬਕੇ ਨੂੰ ਜਾਣਦੇ ਨੀ ਆਈ ਵਾਲੇ ਖੇਤ ਪਾਤੇ 3 ਢੋਲ ਲਾਉਣ ਦੇ ਚੰਡੀਗੜ੍ਹ ਤੱਕ ਉਹਦੇ ਦਬਕੇ ਨੂੰ ਜਾਣਦੇ ਤੇ ਅੱਖ ਖੜੀਆ ਖੱਬੇ ਹੱਥ ਦੀ ਡਿਊਟੀ ਰਹਿੰਦੀ ਮੁੱਛ ਸੱਜੀ ਤੇ ਭਰੀ ਫੀਮ ਦੀ ਆ ਡੱਬੀ ਜੇਬ ਨੋਟਾਂ ਨਾਲ ਲੱਦੀ ਹੈਂਡ ਜੱਟ ਦੀ ਲਖੋੜਾ ਸਰਪੰਚ ਗੱਡੀ ਤੇ ਫੀਮ ਦੀ ਆ ਡੱਬੀ ਜੇਬ ਨੋਟਾਂ ਨਾਲ ਲੱਦੀ ਹੈਂਡ ਜੱਟ ਦੀ ਲਖੋੜਾ ਸਰਪੰਚ ਗੱਡੀ ਤੇ ਐਵੇਂ ਤਾਂ ਨੀ ਘੁੰਮਦਾ ਬਣਾ ਕੇ ਜੱਟ ਟੋਲੀਆਂ ਪਾਉਂਦਾ ਸਵਰਾਜ 40 ਕਿੱਲਿਆਂ 'ਚ ਬੋਲੀਆਂ ਪਾਉਂਦਾ ਸਵਰਾਜ 40 ਕਿੱਲਿਆਂ 'ਚ ਬੋਲੀਆਂ ਹੋ ਐਵੇਂ ਤਾਂ ਨੀ ਘੁੰਮਦਾ ਬਣਾ ਕੇ ਜੱਟ ਟੋਲੀਆਂ ਪਾਉਂਦਾ ਸਵਰਾਜ 40 ਕਿੱਲਿਆਂ 'ਚ ਬੋਲੀਆਂ ਨੀ ਥੋੜ ਭਾਵੇਂ ਲੱਗ ਜੇ ਕਰੋੜ ਕਹਿੰਦਾ ਸ਼ੌਂਕ ਆ ਪਗਾਉਣੇ ਸਰਦਾਰ ਜੱਦੀ ਨੇ ਭਰੀ ਫੀਮ ਦੀ ਆ ਡੱਬੀ ਜੇਬ ਨੋਟਾਂ ਨਾਲ ਲੱਦੀ ਹੈਂਡ ਜੱਟ ਦੀ ਲਖੋੜਾ ਸਰਪੰਚ ਗੱਡੀ ਤੇ ਫੀਮ ਦੀ ਆ ਡੱਬੀ ਜੇਬ ਨੋਟਾਂ ਨਾਲ ਲੱਦੀ ਹੈਂਡ ਜੱਟ ਦੀ ਲਖੋੜਾ ਸਰਪੰਚ ਗੱਡੀ ਤੇ ਹੋ ਪੈਂਦੀ ਉੱਤੇ ਬਹਿ ਕੇ ਨਿੱਤ ਥਾਣੇਦਾਰ ਮੁੜਦਾ ਜੱਟ ਘਰੋਂ ਤੁਰੇ ਪਿੰਡ ਨਾਲ ਸਾਰਾ ਤੁਰਦਾ ਜੱਟ ਘਰੋਂ ਤੁਰੇ ਪਿੰਡ ਨਾਲ ਸਾਰਾ ਤੁਰਦਾ ਪੈਂਦੀ ਉੱਤੇ ਬਹਿ ਕੇ ਨਿੱਤ ਥਾਣੇਦਾਰ ਮੁੜਦਾ ਜੱਟ ਘਰੋਂ ਤੁਰੇ ਪਿੰਡ ਨਾਲ ਸਾਰਾ ਤੁਰਦਾ ਯਾਰੀਆਂ ਬਗਾਈਆਂ ਗੱਲਾਂ ਸਿਰੇ ਤੱਕ ਲਾਈਆਂ ਜੱਸੀ ਲੋਕਿਆ ਭਲੇਖੇ ਵੈਰੀਆਂ ਦੇ ਕੱਢੀ ਦੇ ਭਰੀ ਫੀਮ ਦੀ ਆ ਡੱਬੀ ਜੇਬ ਨੋਟਾਂ ਨਾਲ ਲੱਦੀ ਹੈਂਡ ਜੱਟ ਦੀ ਲਖੋੜਾ ਸਰਪੰਚ ਗੱਡੀ ਤੇ ਫੀਮ ਦੀ ਆ ਡੱਬੀ ਜੇਬ ਨੋਟਾਂ ਨਾਲ ਲੱਦੀ ਹੈਂਡ ਜੱਟ ਦੀ ਲਖੋੜਾ ਸਰਪੰਚ ਗੱਡੀ ਤੇ ਕਿਹਦਾ ਮਾੜਾ ਆਉਣਾ ਕਿਹਦਾ ਚੰਗਾ ਟਾਈਮ ਚੱਲਣਾ ਚੜਦਾ ਸੂਰਜ ਦੱਸ ਕਿਨੇ ਇੱਥੇ ਖਲਣਾ ਚੜਦਾ ਸੂਰਜ ਦੱਸ ਕਿਨੇ ਇੱਥੇ ਖਲਣਾ ਉਹ ਕਿਹਦਾ ਮਾੜਾ ਆਉਣਾ ਕਿਹਦਾ ਚੰਗਾ ਟਾਈਮ ਚੱਲਣਾ ਚੜਦਾ ਸੂਰਜ ਦੱਸ ਕਿਨੇ ਇੱਥੇ ਖਲਣਾ ਛੇਤੀ 5 ਵਜਦੇ ਨੂੰ ਦੇਖੀ ਬਿਨਾ ਗੱਲ ਤੋਂ ਨਾ ਪਹਿਲਾਂ ਲਲਕਾਰੇ ਛੱਡੀ ਦੇ ਭਰੀ ਫੀਮ ਦੀ ਆ ਡੱਬੀ ਜੇਬ ਨੋਟਾਂ ਨਾਲ ਲੱਦੀ ਹੈਂਡ ਜੱਟ ਦੀ ਲਖੋੜਾ ਸਰਪੰਚ ਗੱਡੀ ਤੇ ਫੀਮ ਦੀ ਆ ਡੱਬੀ ਜੇਬ ਨੋਟਾਂ ਨਾਲ ਲੱਦੀ ਹੈਂਡ ਜੱਟ ਦੀ ਲਖੋੜਾ ਸਰਪੰਚ ਗੱਡੀ ਤੇ ਹੋਏ ਹੱਟੀਆਂ ਨੂੰ ਪੈਣ ਦੰਦਲਾਂ
ਹੋ ਐਂਟੀਆਂ ਨੂੰ ਭੈਣ ਦੰਦਲਾਂ ਕਹਿੰਦੇ ਲੈ ਗਿਆ ਜੱਟ ਮਖਤਿਆਰੀ ਹੋ ਨਾਲ ਬਹਿ ਜਾ ਖੱਬੀ ਸੀਟ ਤੇ ਹੋ ਨਾਲ ਬਹਿ ਜਾ ਖੱਬੀ ਸੀਟ ਤੇ ਰੋਕੂ ਨਾ ਅਫਸਰ ਸਰਕਾਰੀ ਉਹ ਪਿੰਡ ਵਿੱਚ ਗੱਲਾਂ ਹੁੰਦੀਆਂ ਗੱਲਾਂ ਹੁੰਦੀਆਂ ਉਹ ਮੈਂ ਗਾ ਢੱਲੋਆਂ ਦੀ ਸਰਦਾਰੀ ਉਹ ਪਿੰਡ ਵਿੱਚ ਗੱਲਾਂ ਹੁੰਦੀਆਂ ਉਹ ਪਿੰਡ ਵਿੱਚ ਗੱਲਾਂ ਹੁੰਦੀਆਂ ਉਹ ਜੱਸੀ ਲੌਕੇ ਦੀ ਸਰਦਾਰੀ ਉਹ ਪਿੰਡ ਵਿੱਚ ਗੱਲਾਂ ਹੁੰਦੀਆਂ ਲਓ ਜੀ ਆ ਗਏ ਵੈਸਟਰਨ ਪੇਂਡੂ ਡੀਸੀਆਂ ਦੇ ਨਾਲ ਸਿੱਧੀ ਹੋ ਗਈ ਆਣੀ ਜਾਣੀ ਕਿਹੜੀ ਗੱਲੋਂ ਪਾਣੀ ਵਿੱਚੋਂ ਫੇਰਦਾ ਮਧਾਣੀ ਡੀਸੀਆਂ ਦੇ ਨਾਲ ਸਿੱਧੀ ਹੋ ਗਈ ਆਣੀ ਜਾਣੀ ਕਿਹੜੀ ਗੱਲੋਂ ਪਾਣੀ ਵਿੱਚੋਂ ਫੇਰਦਾ ਮਧਾਣੀ ਬਾਪੂ ਮੇਰਾ ਚੁਣੇ ਸਰਕਾਰ ਮੁੰਡਿਆ ਵੇ ਅਸਲੇ ਮੰਗਾ ਕੇ ਰੱਖਦੇ ਨੇ ਰੂਸ ਦੇ ਹੱਥ ਲਾਵੇ ਚਾਰ ਦਿਨ ਹੱਥ ਖੇਡ ਕੇ ਵੇ ਦੋ ਮਨ ਰੌਂਦ ਮੇਰੇ ਵੀਰ ਫੂਕਦੇ ਹੱਥ ਲਾ ਤੂੰ ਚਾਰ ਦਿਨ ਹੱਥ ਖੇਡ ਕੇ ਵੇ ਦੋ ਮਨ ਰੌਂਦ ਮੇਰੇ ਵੀਰ ਫੂਕਦੇ ਸਾਲ ਚ ਮਨਾਉਂਦੇ ਕੁੜੇ 300 ਦੀਵਾਲੀਆਂ ਚੱਟੇ ਦਿਨ ਘੁੰਮਦੀਆਂ ਸ਼ਹਿਰ ਕਾਰਾਂ ਕਾਲੀਆਂ ਚੱਟੇ ਦਿਨ ਘੁੰਮਦੀਆਂ ਸ਼ਹਿਰ ਕਾਰਾਂ ਉਹ ਸਾਲ ਚ ਮਨਾਉਂਦੇ ਕੁੜੇ 300 ਦੀਵਾਲੀਆਂ ਚੱਟੇ ਦਿਨ ਘੁੰਮਦੀਆਂ ਸ਼ਹਿਰ ਕਾਰਾਂ ਕਾਲੀਆਂ ਵੱਧ ਮਾਰਦੇ ਚਪੇੜਾ ਬੱਲੀਏ ਸੌਣ ਦੇ ਮਹੀਨੇ ਜਿਵੇਂ ਪੈਂਦੇ ਗੜੇ ਨੇ ਸੌਣ ਦੇ ਮਹੀਨੇ ਜਿਵੇਂ ਪੈਂਦੇ ਗੜੇ ਰੱਖੀਆਂ ਦੇ ਨਾਲੀਆਂ ਪਟਾਕੇ ਪਾਉਣ ਨੂੰ ਗੇਮ ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ ਰੱਖੀਆਂ ਦੇ ਨਾਲੀਆਂ ਪਟਾਕੇ ਪਾਉਣ ਨੂੰ ਗੇਮ ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ ਗੇਮ ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ ਮੋਰਾ ਜਹੀ ਤੌਰ ਤੇ ਸੁਰ ਮੇਰੀ ਤਾਰ ਸੱਪੀਆਂ ਪਵਾਉਂਦੀਆਂ ਨਾ ਫਿਰ ਦਿਲ ਖਾਈ ਮੇਰਾ ਪਾਰਾ ਬੋਲ ਤੇ ਅੱਖ ਕਰਨੇੜ ਵਾਂਗੂ ਪਾੜੇ ਕਾਲਜੇ ਠੇਕਿਆਂ ਤੇ ਬੈਠੇ ਵੈਲੀ ਰਹਿਣ ਕੂਪਦੇ ਹੱਥ ਲਾਵੇ ਚਾਰ ਦਿਨ ਹੱਥ ਖੇਡ ਕੇ ਵੇ ਦੋ ਮਨ ਰੌਂਦ ਮੇਰੇ ਵੀਰ ਫੂਕਦੇ ਹੱਥ ਲਾ ਤੂੰ ਚਾਰ ਦਿਨ ਹੱਥ ਖੇਡ ਕੇ ਵੇ ਦੋ ਮਨ ਰੌਂਦ ਮੇਰੇ ਵੀਰ ਫੂਕਦੇ ਆਓ ਹੱਥ ਨਾ ਖੜਾਵਾਂ ਕਦੇ ਲਾ ਕੇ ਯਾਰੀਆਂ ਵੈਰ ਮੈਂ ਪਗਾਵਾਂ ਪੂਰਾ ਮੌਤ ਤੱਕ ਨੀ ਆ ਤੇਰੇ ਨਾਮ ਜੰਤ ਦੀ ਫਰਦ ਬੋਲਦੀ ਆ ਸ਼ਹਿਰ ਤੇਰੇ ਪਾਈ ਹੋਈ ਆ ਪੂਰੀ ਤੱਕ ਨੀ ਆਓ ਮੰਗਲ ਕਰਾਏ ਦੇ ਵਾਂਗੂ ਅੱਖ ਲਾ ਰਿਆ ਦਈ ਦੀ ਚੇਤਾਵਨੀ ਮੈਦਾਨ ਰੜੇ ਨੇ ਆਓ ਰੱਖੀਆਂ ਆਓ ਰੱਖੀਆਂ ਦੇ ਨਾਲੀਆਂ ਪਟਾਕੇ ਪਾਉਣ ਨੂੰ ਗੇਮ ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ ਰੱਖੀਆਂ ਦੇ ਨਾਲੀਆਂ ਪਟਾਕੇ ਪਾਉਣ ਨੂੰ ਗੇਮ ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ ਵੈਸਟਰਨ ਪੇਂਡੂ ਭਾਈ ਕੱਲਈਆ ਠੋਕ ਦੇ ਨੂੰ ਜੇ ਮੈਂ ਹੀ ਲੈ ਕੇ ਜਾਣੀ ਹੁੰਦੀ ਨਾ ਉਹਨੂੰ ਕੱਦੀ ਲੈ ਜਾਂਦਾ ਇਹ ਥੋੜੀ ਇੱਜ਼ਤ ਹੈ ਕੱਢ ਕੇ ਨਹੀਂ ਵਿਆਹ ਕੇ ਲੈ ਕੇ ਜਾਉਂ ਕੱਲਾ ਕਰ ਲਾ ਤੂੰ ਮਨ ਨੂੰ ਪੱਟੀ ਵਾਲੇ ਆ ਤੇਰੇ ਦੇ ਬਥੇਰੇ ਜੇਲਾਂ ਵਿੱਚ ਤੜੇ ਨੇ ਰੱਖੀਆਂ ਦੇ ਨਾਲੀਆਂ ਪਟਾਕੇ ਪਾਉਣ ਨੂੰ ਗੇਮ ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ ਹੱਥ ਲਾ ਤੂੰ ਚਾਰ ਦੇਣਾ ਦੋ ਮਨ ਰੌਂਦ ਮੇਰੇ ਰੱਖੀਆਂ ਦੇ ਨਾਲੀਆਂ ਗੇਮ ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ ਕਿਉਂ ਮੰਨਦੀ ਫਿਰ I'm saying that's what this is all about, right? ਹੋ ਆਮ ਗੱਲ ਜੱਟਾਂ ਦੇ ਮੁੰਡੇ ਤੇ ਪਰਚਾ ਸ਼ਹਿਰ ਚੰਡੀਗੜ੍ਹ ਤੱਕ ਪੂਰਾ ਚਰਚਾ ਇੱਕ ਰੱਖਿਆ ਆ ਸ਼ੌਕ ਨਾਲ ਘੋੜਾ ਨੁਕਰਾ ਜਿਹੜਾ ਜੱਬ ਦਾ ਬਦਾਮ ਖੁੱਲਾ ਚੱਲੇ ਖਰਚਾ ਵੈਰੀਆਂ ਦੇ ਸੀਨੇ ਵਿੱਚੋਂ ਰੂਹ
ਦੀ ਰੱਖੇ ਆਇਆ ਉਹਨੂੰ ਸ਼ਰੇਆਮ ਦਿਲ 'ਚ ਫਿਰਦੀ ਪੁਲਿਸ ਜੀ ਦਾ ਪਤਾ ਪੁੱਛਦੀ ਵਾਰਨਿੰਗ ਦੇਵੇ ਅੱਖ ਟੌਮ ਫੋੜ ਚੋਂ ਤੇ ਸ਼ਹਿਰ ਦੀ ਮੰਡੀਰ ਦਬਕਾਈ ਹੋਈ ਇੱਕੋ ਨਾਲ ਜੱਟੀ ਨੇ ਵਟਾਈਆਂ ਮੁੰਦੀਆਂ ਤੇ ਕਿੰਨਿਆਂ ਨੇ ਕੀਤੀ ਟਰਾਈ ਹੋਈ ਆ ਸੜਦਾ ਜਮਾਨਾ ਸਾਨੂੰ ਦੇਖ ਦੇਖ ਕੇ ਇੱਕ ਦੂਜੇ ਨੂੰ ਆ ਕਿਦਾਂ ਅਸੀਂ ਲੱਭੇ ਜੋੜੀ ਉਹਦੀ ਮੇਰੀ ਫੱਬੇ ਹੋ ਜੱਟ ਨੇ ਆ ਘੋੜੇ ਰੱਖੇ ਦੋ ਇੱਕ ਭੱਜੇ ਦੂਜਾ ਇੱਕ ਵਿੱਚ ਵੱਜੇ ਹੋ ਜੱਟ ਨੇ ਆ ਘੋੜੇ ਰੱਖੇ ਦੋ ਇੱਕ ਭੱਜੇ ਦੂਜਾ ਇੱਕ ਵਿੱਚ ਹੋ ਜੱਟ ਨੇ ਆ ਘੋੜੇ ਰੱਖੇ ਇੱਕ ਭੱਜੇ ਦੂਜਾ ਇੱਕ ਵਿੱਚ ਜੱਟ ਨੇ ਆ ਘੋੜੇ ਰੱਖੇ ਇੱਕ ਭੱਜੇ ਦੂਜਾ ਇੱਕ ਵਿੱਚ ਜਿਹੜੇ ਆਖਦੇ ਸੀ ਬੈਠੀ ਤੇਰਾ ਯਾਰ ਦੇਖਣਾ ਕਿੱਥੇ ਲੁਕ ਗਏ ਵੱਡੇ ਉਹ ਦਲੇਰ ਜੀ ਫੁਕਰੇ ਜ਼ਮੈਟੋ ਤੋਂ ਮੰਗਾਉਣ ਰੋਟੀਆਂ ਡਰਦੇ ਨਾ ਘਰੋਂ ਬਾਹਰ ਪਾਉਂਦੇ ਪੈਰ ਜੀ ਪਾਲੇ ਜਿੰਨਾ ਵਹਿਮ ਅੱਜ ਸਾਰੇ ਜਿਹੜੇ ਚੱਕ ਮੇਰਾ ਆ ਖੜਾ ਜੱਟ ਜੀ ਨੇ ਪਾਉਣਾ ਪਾਲੇ ਹੱਥ ਜੱਸੀ ਲੋਕੇ ਨੇ ਮੈਦਾਨ ਨਹੀਂ ਉਹ ਛੱਡੇ ਯਾਰ ਹਾਰ ਵੀ ਜੇ ਜਿਹਦੇ ਬਾਲੇ ਕੱਬੇ ਹੋ ਜੱਟ ਨੇ ਆ ਘੋੜੇ ਰੱਖੇ ਦੋ ਇੱਕ ਭੱਜੇ ਦੂਜਾ ਇੱਕ ਵਿੱਚ ਵੱਜੇ ਹੋ ਜੱਟ ਨੇ ਆ ਘੋੜੇ ਰੱਖੇ ਦੋ ਇੱਕ ਭੱਜੇ ਦੂਜਾ ਇੱਕ ਵਿੱਚ ਹੋ ਜੱਟ ਨੇ ਆ ਘੋੜੇ ਰੱਖੇ ਦੋ ਇੱਕ ਭੱਜੇ ਦੂਜਾ ਇੱਕ ਵਿੱਚ ਵੱਜੇ ਹੋ ਜੱਟ ਨੇ ਆ ਘੋੜੇ ਰੱਖੇ ਦੋ ਇੱਕ ਭੱਜੇ ਦੂਜਾ ਇੱਕ ਵਿੱਚ ਵੱਜੇ ਹੋ ਜੱਟ ਨੇ ਆ ਘੋੜੇ ਰੱਖੇ ਦੋ ਇੱਕ ਭੱਜੇ ਦੂਜਾ ਇੱਕ ਵਿੱਚ ਵੱਜੇ ਹਾਂਜੀ ਕਿੱਦਾਂ ਲੱਗਾ ਜੀ ਫਿਰ Song ਸਾਰੇ ਜਣੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਮੇਰੇ ਅਗਲੇ ਪ੍ਰੋਜੈਕਟਸ ਵਾਸਤੇ ਦੇਸੀ ਜੰਕਸ਼ਨ ਨੂੰ ਕਰ ਲਓ ਜੀ ਸਬਸਕ੍ਰਾਈਬ ਥੈਂਕ ਯੂ ਵੈਸਟਰਨ ਪੇਂਡੂ ਤਿੰਨ ਮੰਜ਼ਲੀ ਨੂੰ ਪੌੜੀ ਦੂਜੀ ਨੁਕਰੀ ਆ ਘੋੜੀ ਤੀਜੀ ਬਲਦਾਂ ਦੀ ਜੋੜੀਆਂ ਨਗੌਰ ਦੀ ਜੱਟ ਚੱਲਦਾ ਫਰੰਟ ਪੂਰਾ ਗੱਲਾਂ 'ਚ ਕਰੰਟ ਹਾਮੀ ਭਰੇ ਸਰਪੰਚ ਉਹਦੀ ਟੌਰ ਦੀ ਓ ਜੌਂਡੀਅਰ 4x4 ਰੱਖਿਆ ਹਿਟਲਰ ਵਾਂਗੂ ਪਿੰਡ ਰੋਬ ਰੱਖਿਆ ਪਿੰਡ ਮੱਚੇ ਸੜ ਵੀਕਐਂਡ ਚੰਡੀਗੜ੍ਹ ਗੇੜਾ ਪੱਕਾ ਹੀ ਲਵਾਵੇ ਕਾਲੀ ਕਾਲੀ ਥਾਰ ਦਾ ਘੈਂਟ ਜੱਟ ਨਾਲ ਯਾਰੀ 6 ਫੁੱਟ ਦੀ ਕਵਾਰੀ ਤਾਈਓ ਉੱਡੇ ਫੁਲਕਾਰੀ ਮੁੰਡਾ ਜੱਟਾਂ ਦਾ ਜੱਟੀ ਦੇ ਉੱਤੋਂ ਜਾਨ ਵਾਰਦਾ ਰੱਖੇ ਲੱਲੀ ਛੱਲੀ ਦੱਬ ਜੱਟ ਸਿਰੇ ਦੱਸ ਠੱਡੀ ਘੋੜਾ ਰੱਖਦਾ ਆ ਡੱਬ ਦੂਜਾ ਮੇਰੇ ਬਿਨਾ ਬੰਦੇ ਇੱਕ ਨਹੀਂ ਸਾਰਦਾ रखता हूँ दिमाग में फालतू में बनते नहीं नवाबे बात सारी रखता हूँ दिमाग में फालतू में बनते नहीं नवाबे बात सारी रखता हूँ दिमाग में फालतू में बनते नहीं नवाबे बात सारी रखता हूँ दिमाग में फालतू में बनते नहीं नवाबे मैंने 5 साल की मेहनत मुझे मेहनत का फल मिलेगा मैंने रक्त बहाया सियाही से मेरी लेखनी का फल मिलेगा मेरा शंभू देख रहा ऊपर से मेहनत लड़का कर रहा लिखता हूँ मैं खुद के लिए मेरा गाना भी बिकेगा दिखेगा तुम्हें भी आंखों से कैसे वक्त पलट दिया बातों से उम्मीदवार जग में खड़ा कैसे काम लिया मैंने रातों से इरादे मेरे नेक थे सपने मेरे अनेक थे मुझे आते जाते लोग देखते गंदी गाली मुंह पे फेंक हंस हंस के मन कर तारी कट ले नस के हम तोहरा सिवा दूसरा के ना चाहनी हो तू हमारा के चाहे लू इस सोच के बड़ी खुश रहनी हो हमारा के चाहे लू रब की कसम हम तोहरा सिवा दूसरा के ना चाहनी हो तू हमारा के चाहे लू इस सोच के बड़ी खुश रहनी हो
अब सोचने वाली बात ये थी कि ये आदमी कौन था। दोस्तों, ये डेविड था जो फिल्म की स्टार्टिंग में दिखा था। ये यहाँ पर एलिजाबेथ के साथ आया था। डेविड इन सभी को एलियन के बारे में सब कुछ बता देता है। डेविड ने यहाँ पर कई चीजों पर एक्सपेरिमेंट भी किए होते हैं। वो बहुत ही स्वार्थी हो चुका था। हमें यहाँ पर पता चलता है कि वो जब यहाँ पर आया था तो यहाँ पर कई सारे लोग रहते थे, लेकिन डेविड ने उन सभी को मार दिया था, यानी कि मौत की नींद सुला दिया था, क्योंकि डेविड ने उन सभी पर एक्सपेरिमेंट किए थे। तो ये बातें दूसरे रोबोट को बता रहा हूँ। दोस्तों, ये डेविड था जो फिल्म की स्टार्टिंग में दिखा था। ये यहाँ पर एलिजाबेथ के साथ आया था। डेविड इन सभी को एलियन के बारे में सब कुछ बता देता है। डेविड ने यहाँ पर कई चीजों पर एक्सपेरिमेंट भी किए होते हैं। वो बहुत ही स्वार्थी हो चुका था। हमें यहाँ पर पता चलता है कि वो जब यहाँ पर आया था तो यहाँ पर कई सारे लोग रहते थे, लेकिन डेविड ने उन सभी को मार दिया था, यानी कि मौत की नींद सुला दिया था, क्योंकि डेविड ने उन सभी पर एक्सपेरिमेंट किए थे। वो ये बातें दूसरे रोबोट को बता रहा होता है। वो कहता है कि तुम ये बातें किसी और को नहीं बताओगे, क्योंकि तुम भी मेरी तरह। उन्हें हमला कर दिया होता है और देखते ही देखते वो सभी उसे अपना भोजन बना लेते हैं और मेलिनी और साथी भी वहां पहुंचते हैं, लेकिन वो भी उन हाइब्रिड बच्चों के प्लान का एक हिस्सा होता है। वो बच्चे अब उन्हें भी घेर लेते हैं। इसके बाद मेलिनी और उनके बीच एक फाइट होती है, जिसके बाद वो बच्चे वहां से भाग जाते हैं। अब ये सभी लैब पहुंच जाते हैं। वहां मौजूद कैलरिन अब लैब में एक गैस फैला देती है, जिसकी वजह से कैलरिन को छोड़ सभी बेहोश हो जाते हैं। इसके बाद डॉक्टर मेलिनी को घसीटकर ऑपरेशन के लिए ले जाती है। अब ये सच सामने आता है कि डॉक्टर कैलरिन को एक ब्लड इन्फेक्शन, लेकिन इनमें से कोई भी उसकी बातों पर विश्वास नहीं करता। अब सिवाज एलेक्स को उसकी कैंपिंग वाली जगह पर ले चलने को कहता है। इसके बाद एलेक्स इनके साथ आगे बढ़ने लगती है। रास्ते में इनको एक पलटी हुई बस मिलती है। नेट जब उस बस को चेक करता है तो उसमें एक गन और एक चाबी मिलती है। मिली हुई गन को नेट अपने पास छुपा लेता है, जिसे वो वोल्टर को दे देता है। गाड़ी को खोलने पर इनको उसमें ढेर सारा पैसा मिलता है। सिवाज सबको दो दो भाग लेकर आगे चलने को कहता है, लेकिन वोल्टर जख्मी था, इसलिए वो बैग ढोने से इनकार कर देता है। सिवाज के फोर्स करने पर वोल्टर उस पर नेट की दी हुई गन के साथ हमला करने की कोशिश करता है, लेकिन उसमें गोली नहीं होती। सिवाज को इससे बहुत गुस्सा आता है और वहाँ जितने भी पिग आते हैं वो इन्फेक्टेड होते हैं, जो किसी को भी नुकसान पहुंचा सकते हैं, इसलिए वो उन्हें मार देती है। अब ये लोग मैकेनिक की तलाश में उस औरत के साथ उसके घर पहुंचते हैं। अब बातों ही बातों में हेनरी का जिक्र होता है, जो वो उनसे हेनरी के लुक के बारे में पूछती है और एक फोटो भी दिखाती है। वो कहती है कि हेनरी उसका कजिन है। ये सुनते ही दोनों काफ़ी घबरा जाते हैं और वहाँ से जाने का फैसला करते हैं। अब सीन शिफ्ट होता है और दिखाया जाता है कि कैबिन के पास एक लेडी इंस्पेक्टर आती है, जिसका नाम विंगस्टन होता है। उसे पोल बताता है कि उन पर एक इन्फेक्टेड इंसान ने अटैक कर दिया था। वो अब रिपोर्ट लिखती है, लेकिन उस वक्त उस इंस्पेक्टर का बिहेव थोड़ा अजदर्द होता है। वो जब जूते निकालता है तो वो हैरान रह जाता है। वो देखता है कि उसका पैर एक भेड़ की तरह हो गया है। अब उन्हें कई भेड़ अपनी ओर आते हुए नजर आते हैं। ये देखते ही वो भागने लगते हैं। भागते भागते एक लैब में चले जाते हैं, जहां भेड़ों पर एक्सपेरिमेंट किया गया था। वहां उन्हें बिना खाल की एक भेड़ नजर आती है, जिस पर एक्सपेरिमेंट किया जा रहा था। इसी बीच एक साइंटिस्ट वहां आ जाती है। वो उनसे पूछती है कि आप लोग यहाँ क्या कर रहे हो, और काफी गुस्सा करने लगती है और एंगर भी वहीं होता है। हेनरी उससे इसके बारे में पूछता है तो वो कहता है कि मैंने इसके मूवी के बजट के बारे में कुछ गोलमाल है। इसी बीच हमें एक और पास्ट का सीन दिखाया जाता है, जहां पर हम देख पाते हैं कि अनामिका अपनी लाइफ अपनी मर्जी से नहीं बल्कि अपनी मां की मर्जी से जी रही है, और उसे ये पता चलता है कि उसके पति और उसकी मां ने बैंक अकाउंट के सारे पैसे निकाल लिए हैं। ये बात जानकर वो अपने प्रेमी के पास चली जाती है और उससे कहती है कि आई एम विद यू, यानी कि मैं तुम्हारे साथ हूँ, और फिर आगे कहती है कि मैं तुम्हारे साथ लंदन जाने के लिए तैयार हूँ। जिसके बाद अनामिका अपने घर पर आती है तो हम देख पाते हैं कि उसका पति कोई कांटेक्ट नहीं हो पाता है। अब डिलन यही सोच रहा था कि ये सब थ्रेडियस की गेम है, क्योंकि सारे हॉर्समैन्स ने मिलकर उसको अरेस्ट कराया था, और थ्रेडियस कहता है कि ये सब मैंने नहीं कराया है, लेकिन मैं ये जानता हूँ कि ये सब कैसे हुआ है और इस टाइम पे हॉर्समैन्स कहाँ पर है, और मैं तुम्हें उनके पास लेकर जा सकता हूँ, लेकिन ये तभी पॉसिबल होगा जब मैं जेल से बाहर आऊँ। उधर हम चारों हॉर्समैन्स को एक मैजिक शॉप में देखते हैं, और यहाँ पर डैनियल आई कम्युनिटी को कॉन्टेक्ट करता है, क्योंकि वोल्टर की बात मानने का भी उनका एक रीज़न था कि वो उस चिप को चुरा कर आई को दे देंगे, और इसलिए डैनियल अब आई को कॉन्टेक्ट करता है, और अब वो बहुत ज़्यादा अलर्ट सिक्योरिटी
उनसे लड़ूंगा। एजेंट टीनेजर लड़ाई शुरू कर देता है, लेकिन फाइनली एनेबिस उसको पकड़ लेती है तो एनेबिस सबके सामने लाइव आके उस बच्चे को मार देती है। उसके बाद रेड टेल्वन कहता है कि मैं उसे छोड़ूंगा नहीं, तो वो उसके पास उसके अड्डे पर जाता है और वहां जाकर उसे मारने की कोशिश करता है, लेकिन रेड टेल्वन भी मारा जाता है। जब प्रेसिडेंट को इस बात का पता चलता है तो वो परेशान हो जाता है कि ऐसे कैसे हो सकता है, रेड टेल्वन कैसे मर सकता है। राइट हुक ने एक और बच्चे को ट्रेनिंग दी थी जिसका नाम है लिटिल विंगर्स। वो भी मार्वलस मैन जैसा होता है और उसे बेचता है एनेबिस के अड्डे पर। वहां जाकर वो तबाही मचा देता है और सबको मार देता है। नाइट हुक कोर्टेक्स से कहता नजर आता है जिसके पास कई भेड़ें होती हैं। उससे अचानक भेड़ों की आवाज आने लगती है जो बेहद डरी हुई मालूम होती हैं। इस बीच कोई चीज जमीन के अंदर से ही फ्रेड को नीचे की ओर खींचने लगती है। इसके बाद सभी भेड़ भी मारी जाती हैं। अब वहां मैकी और अर्ल आते हैं। वो इस भयानक नज़ारे को देखकर बेहद घबरा जाते हैं। वो लोग फ्रेड को ढूंढने लगते हैं। फिर उन्हें जमीन पर उसकी कैप दिखाई देने लगती है। वो उसको उठाते ही वहां से 4 कदम की दूरी पर हट जाते हैं। दरअसल हैट के नीचे फ्रेड का कटा हुआ सिर होता है। ये देखने के बाद दोनों वहां से भाग खड़े ऑफ करने के लिए बोलता है, जिसके बाद सभी लाइट्स को बुझा दिया जाता है। अब उसकी बॉडी का चेकअप होता है तो पता चलता है कि वो बिल्कुल नॉर्मल इंसान की तरह ही काम कर रहा है। इसी तरह 3 दिन गुजर जाते हैं। अब उसे वापस विजिबल होने के लिए एंटीडोस को इंजेक्ट किया जाना होता है। इंजेक्ट करने के बाद उसके शरीर में तेज दर्द होने लगता है। इसके साथ ही वो विजिबल भी नहीं हो पाता है। उसे अब ऐसा लगता है कि वो मरने वाला है। उसकी हालत काफ़ी ख़राब होने लगती है। इसे देख उसके सहयोगी उसे एक मास्क लेप लगा देते हैं। अब धीरे धीरे वो मेंटली डिस्टर्ब भी होने लगा था। इसे लेकर काफ़ी परेशान भी था। जिंदा बच पाती है उस लड़की का नाम होता है सैली। उस लड़की ने पुलिस को अपना बयान दर्ज कराया था, जिसके बाद उसने इस बारे में किसी को भी नहीं बताया, यानी कि इस बारे में उसने कभी भी डिस्कस नहीं किया, क्योंकि दोस्तों ये बहुत ही भयावह कांड था। दोस्तों उस बयान में उसने एक खूनी का जिक्र किया था। खूनी ने चमड़े का मास्क पहना हुआ था, इसलिए वो उसका असली चेहरा देख नहीं पाई थी।